ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਮੇਰੇ ਨਾਲ ਮੇਰੇ ਸਾਥੀ ਰੋਹੀ ਗਰੋਵਰ ਜੀ ਇਸ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਵਾਂਗੇ। ਤੇ ਰੋਹੀ ਜੀ, ਇੱਕ ਹੋਰ ਜਿਹੜੀ ਆ ਘਟਨਾ ਮੇਰਾ ਦਿਲ ਕਰਦਾ ਹੈ ਕਿ ਅੱਜ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂ। ਤੇ ਜਦੋਂ ਗੁਰਬਾਣੀ ਦੀ ਗੱਲ ਹੋਵੇ, ਗੁਰੂ ਦੀ ਗੱਲ ਹੋਵੇ, ਗੁਰੂ ਦੀ ਕੋਈ ਸਿੰਘਾਂ ਦੀ ਗੱਲ ਹੋਵੇ ਜਾਂ ਸਾਡੇ ਜਿਹੜੇ ਆ ਯੋਧਿਆਂ ਦੀ ਗੱਲ ਹੋਵੇ, ਇਤਿਹਾਸ ਦੀ ਗੱਲ ਹੋਵੇ, ਤਾਂ ਉਦੋਂ ਮਨ ਹੀ ਨਹੀਂ ਕਰਦਾ ਕਿ ਜਿਹੜੀ ਆ ਕੋਈ ਹੋਰ ਵਿਸ਼ਾ ਛੇੜਿਆ ਜਾਵੇ। ਫਿਰ ਇਹੀ ਹੁੰਦਾ ਆ ਕਿ 24 ਘੰਟੇ ਜਿਹੜਾ ਆ ਜਾਂ ਮਤਲਬ ਉਹੀ ਗੱਲ ਕੀਤੀ ਜਾਵੇ ਜਿਹੜੀ ਆ ਗੁਰਬਾਣੀ ਦੇ ਤੌਰ ਤੇ ਜਾਂ ਗੁਰਬਾਣੀ ਦੇ ਨਾਲ ਸੰਬੰਧਿਤ ਹੋਵੇ ਜਾਂ ਗੁਰਬਾਣੀ ਦਾ ਜਿਹੜਾ ਆ ਉਪਦੇਸ਼ ਜਿਹੜੀ ਆ ਉਹ ਸਾਨੂੰ ਦੱਸਦੀ ਹੋਵੇ ਤੇ ਸਾਨੂੰ ਜਿਹੜਾ ਸਾਡੇ ਆਉਣ ਵਾਲਾ ਜਿਹੜਾ ਆ ਸਾਡਾ ਸਮਾਂ ਆ ਉਸ ਨੂੰ ਜਿਹੜਾ ਆ ਸਹਾਈ ਹੋਣਾ ਹੋਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕਰਨ ਨੂੰ ਦਿਲ ਕਰਦਾ ਰਹਿੰਦਾ ਆ। ਤੇ ਰੋਹੀ ਜੀ, ਅਸੀਂ ਗੁਰੂ ਘਰ ਤਾਂ ਹਮੇਸ਼ਾ ਹੀ ਜਾਂਦੇ ਹਾਂ। ਜਿਹੜੇ ਵੱਡੇ ਗੁਰਦੁਆਰਾ ਸਾਹਿਬ ਹੁੰਦੇ ਨੇ ਜਿੱਥੇ ਜਿਹੜੀ ਆ ਦੇਗ ਦੀ ਪਰਚੀ ਕੱਟਦੀ ਆ, ਸ਼ਾਇਦ ਤੁਸੀਂ ਵੀ ਗਏ ਹੋਵੋਗੇ। ਜੇ ਅਸੀਂ ਦਰਬਾਰ ਸਾਹਿਬ ਜਾਈਏ, ਚਾਹੇ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਈਏ, ਤਾਂ ਉੱਥੇ ਜਿਹੜੀ ਆ ਅਸੀਂ ਦੇਗ ਕਰਵਾਉਂਦੇ ਆ। ਯਾਨੀ ਕਹਿਣ ਤੋਂ ਭਾਵ ਜਿਹੜਾ ਆ ਅਸੀਂ ਕੁਝ ਜਿਹੜਾ ਆਪਣਾ ਮਾਇਆ ਦਾ ਹਿੱਸਾ ਹੁੰਦਾ ਆ ਉਹ ਅਸੀਂ ਉੱਥੇ ਭਾਈ ਸਾਹਿਬ ਨੂੰ ਦਿੰਦੇ ਆ। ਚਾਹੇ 10 ਰੁਪਏ ਦਈਏ, ਚਾਹੇ 5 ਦਈਏ, ਤੇ ਚਾਹੇ ਅਸੀਂ 100 ਦਈਏ, ਚਾਹੇ 1000 ਦਈਏ, ਉਹ ਤੁਹਾਡੀ ਆਪ ਦੀ ਸ਼ਰਧਾ ਹੈ ਜਿੰਨੇ ਕੁ ਤੁਹਾਡੀ ਜਿਹੜੀ ਆ ਜੇਬ ਅਲਾਓ ਕਰਦੀ ਆ ਤੁਹਾਨੂੰ। ਤੇ ਉਹ ਪਰਚੀ ਕੱਟ ਦਿੰਦੇ ਆ ਤੇ ਅਸੀਂ ਜਿਹੜੇ ਆ ਉਹ ਅੰਦਰ ਲੈ ਕੇ ਜਾਂਦੇ ਆ ਤੇ ਉੱਥੇ ਅਰਦਾਸ ਹੁੰਦੀ ਆ ਤੇ ਉਹ ਜਿਹੜੇ ਬਾਬਾ ਜੀ ਹੁੰਦੇ ਨੇ ਤੇ ਉਹ ਸ਼੍ਰੀ ਸਾਹਿਬ ਨਾਲ ਪ੍ਰਵਾਨ ਕਰਕੇ ਅੱਧੀ ਦੇਗ ਜਿਹੜੀ ਆ ਤੁਹਾਨੂੰ ਦੇ ਦਿੰਦੇ ਨੇ। ਜਾਂ ਇਸ ਨੂੰ ਅਸੀਂ ਇੱਕ ਦਸਵੰਧ ਦਾ ਰੂਪ ਵੀ ਕਹਿ ਸਕਦੇ ਆ ਤੇ ਜਾਂ ਅਸੀਂ ਇਹ ਕਹਿ ਸਕਦੇ ਆ ਕਿ ਅਸੀਂ ਵੀ ਜਿਹੜੀਆਂ ਆਪਣੀਆਂ ਕਿਰਤ ਕਮਾਈਆਂ ਦਾ ਜਿਹੜਾ ਆ ਆਪਣਾ ਦਸਵੰਧ ਹੈ ਜਾਂ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਜਿਹੜਾ ਆ ਅਸੀਂ ਦਾਨ ਪੁੰਨ ਜਿਹੜਾ ਆ ਗੁਰਦੁਆਰੇ ਦੇ ਲਈ ਜਿਹੜਾ ਆ ਕਰੀਏ। ਉਹ ਪੈਸੇ ਚਾਹੇ ਉਹ ਲੰਗਰ ਦੇ ਵਿੱਚ ਜਾਣ, ਚਾਹੇ ਉਹ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਜਿਹੜੀ ਆ ਤਨਖਾਹ ਹੋਵੇ, ਚਾਹੇ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਆ ਉਸ ਮਾਇਆ ਨੂੰ ਜਿਹੜਾ ਵਰਤਿਆ ਜਾਂਦਾ ਆ। ਪਰ ਇਹ ਜਿਹੜੀ ਦੇਗ ਦੀ ਪਰਚੀ ਦੇ ਪਿੱਛੇ ਕੀ ਜਿਹੜਾ ਇਤਿਹਾਸ ਜੁੜਿਆ ਹੋਇਆ ਜਾਂ ਕੀ ਅਜਿਹੀ ਘਟਨਾ ਆ ਜਿਸ ਦੇ ਕਰਕੇ ਜਿਹੜਾ ਆ ਦੇਗ ਦੀ ਪਰਚੀ ਕੱਟਣ ਦੀ ਜਿਹੜੀ ਆ ਰੀਤ ਜਾਂ ਰਿਵਾਜ ਜਿਹੜਾ ਆ ਜਾਂ ਇਹ ਕਹਿ ਸਕਦੇ ਆ ਕਿ ਜਿਹੜੀ ਪਰੰਪਰਾ ਜਿਹੜੀ ਆ ਉਹ ਚੱਲੀ ਆ, ਉਹ ਇਹੀ ਜਿਹੜੀ ਅੱਜ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕਰਾਂਗੇ। ਇਹ ਸਮਾਂ ਜਿਹੜਾ ਕੁਝ ਮਹਾਰਾਜਾ ਰਣਜੀਤ ਸਿੰਘ ਜੀ ਤੇ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਦੇ ਨਾਲ ਜਿਹੜਾ ਆ ਜੁੜਿਆ ਆ ਤੇ ਉਹੀ ਜਿਹੜੀ ਘਟਨਾ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਾਂਗੇ ਜੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਸਮੇਂ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸੀ। ਜਦੋਂ ਸਾਰੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ ਮਹਾਰਾਜਾ ਕਹਿ ਕੇ ਪੁਕਾਰਦੇ ਸਨ, ਤਾਂ ਉਸ ਸਮੇਂ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਬਿਨਾਂ ਝੁਕੇ ਭਾਈ ਸਾਹਿਬ ਕਹਿ ਕੇ ਬੁਲਾਉਂਦਾ ਸੀ, ਕਿਉਂਕਿ ਅਕਾਲ ਤਖਤ ਦਾ ਦਰਜਾ ਰਾਜਾ ਰਾਣਿਆਂ ਤੋਂ ਕਿਤੋਂ ਉੱਚਾ ਹੈ। ਮਹਾਰਾਜਾ ਰਣਜੀਤ ਸਿੰਘ ਵੇਲੇ ਕੜਾਹ ਪ੍ਰਸ਼ਾਦ ਲਈ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨੇ 'ਚੋਂ ਆਉਂਦੀ ਸੀ ਤੇ ਅਰਦਾਸ ਵਿੱਚ ਇਹ ਵੀ ਬੋਲਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸਦਾ ਸਲਾਮਤ ਰਹੇ। ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਿਕਾਇਤਾਂ ਆਈਆਂ ਕਿ ਸਿੱਖ ਕੌਮ ਦਾ ਸਿਰਮੌਰ ਸ਼ੇਰੇ ਪੰਜਾਬ ਕੰਜਰੀ ਮੋਰਾਂ ਦੇ ਇਸ਼ਕ ਵਿੱਚ ਪੈ ਗਿਆ ਹੈ, ਤਾਂ ਹੁਣ ਮਹਾਰਾਜਾ ਦਾੜੀ ਵੀ ਰੰਗਣ ਲੱਗ ਪਿਆ ਹੈ ਤਾਂ ਸ਼ਰਾਬ ਦਾ ਸੇਵਨ ਵੀ ਕਰਦਾ ਹੈ, ਜੋ ਜ਼ਿੰਮੇਵਾਰ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਤੇ ਇਸ ਬਾਬਤ ਸਫਾਈ ਦੇਣ ਨੂੰ ਕਿਹਾ, ਪਰ ਮਾੜੇ ਕਰਮੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੁਨੇਹੇ ਨੂੰ ਅਣਗੌਲਿਆ ਕਰ ਦਿੱਤਾ। ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਸਫਾਈ ਦੇਣ ਲਈ ਨਹੀਂ ਆਇਆ ਤਾਂ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ 2 ਹੁਕਮਨਾਮੇ ਜਾਰੀ ਕੀਤੇ। ਕੜਾਹ ਪ੍ਰਸ਼ਾਦ ਲਈ ਸ਼ਾਹੀ ਖਜ਼ਾਨੇ 'ਚੋਂ ਮਾਇਆ ਦੀ ਪ੍ਰਵਾਨਗੀ ਬੰਦ ਕਰ ਦਿੱਤੀ ਤੇ ਅੱਜ ਤੋਂ ਸੰਗਤ ਹੀ ਆਪਣੀ ਹੈਸੀਅਤ ਮੁਤਾਬਕ ਮਾਇਆ ਭੇਟ ਕਰੇਗੀ ਤੇ ਲਿਖਤੀ ਰਸੀਦ ਲਵੇਗੀ। ਸੰਗਤ ਦੀ ਮਾਇਆ ਨਾਲ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਣਗੀਆਂ। ਰੋਜ਼ਾਨਾ ਦੀ ਅਰਦਾਸ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਸਦਾ ਸਲਾਮਤੀ ਵਾਲੀ ਜੋ ਲਾਈਨ ਹੈ ਉਸ ਨੂੰ ਕੱਟ ਦਿਓ। ਜਦੋਂ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਅਕਾਲੀ ਫੂਲਾ ਸਿੰਘ ਨਾਲ ਰਾਬਤਾ ਕਾਇਮ ਕੀਤਾ ਤੇ ਅਕਾਲੀ ਫੂਲਾ ਸਿੰਘ ਨੇ ਕਿਹਾ, ਭਾਈ ਸਾਹਿਬ, ਹੁਣ ਇਹ ਮਸਲਾ ਮੇਰਾ ਤੇ ਤੇਰਾ ਨਹੀਂ ਰਿਹਾ, ਤੇਰੇ ਤੇ ਅਕਾਲ ਤਖਤ ਦਰਮਿਆਨ ਹੈ, ਇਸ ਲਈ ਉੱਥੇ ਪੇਸ਼ ਹੋ ਕੇ ਗੱਲ ਕਰ। ਮਹਾਰਾਜਾ ਰਣਜੀਤ ਸਿੰਘ ਤਖਤ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਰਬਾਰ ਵਿੱਚ ਦਰਸ਼ਨ ਕਰਨ ਲਈ ਅੰਦਰ ਆਉਣ ਲੱਗਿਆ ਤਾਂ ਦਰਸ਼ਨੀ ਦਰਵਾਜ਼ੇ ਅੱਗੇ ਨੰਗੀ ਤਲਵਾਰ ਲੈ ਅਕਾਲੀ ਫੂਲਾ ਸਿੰਘ ਆਪ ਅੱਗੇ ਜਾ ਡਟਿਆ
ਤੇ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਪੁੱਲ ਬਖਸ਼ਾਉਣ ਦਾ ਹੁਕਮ ਦਿੱਤਾ ਤੇ ਤਨਖਾਹੀਏ ਮਹਾਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਅੱਗੇ ਪੇਸ਼ ਹੋਇਆ ਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰਖਤ ਨਾਲ ਬੰਨ੍ਹ ਦਿੱਤਾ ਗਿਆ। ਕੇਵਲ ਕਸ਼ਹਿਰਾ ਤੇ ਦਸਤਾਰ ਛੱਡ ਸਾਰੇ ਕੱਪੜੇ ਵੀ ਉਤਾਰ ਦਿੱਤੇ ਗਏ। ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਨਾਲ ਬੰਨਿਆ ਸਿਰ ਝੁਕਾਈ ਖੜਾ ਸੀ। ਸੰਗਤਾਂ ਦੀਆਂ ਵਿਰਾਗ ਨਾਲ ਅੱਖਾਂ ਛਲਕ ਪਈਆਂ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ। ਪਰ ਜਦੋਂ ਸ਼ਾਹੀ ਮਾਇਆ ਵਿੱਚੋਂ ਕੜਾਹ ਪ੍ਰਸ਼ਾਦ ਲਈ ਤੇ ਸਦਾ ਸਲਾਮਤੀ ਦੀ ਅਰਦਾਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾਂ ਅਕਾਲੀ ਫੂਲਾ ਸਿੰਘ ਨੇ ਕਿਹਾ ਜੀ ਅਕਾਲ ਤਖਤ ਦੇ ਹੁਕਮਨਾਮੇ ਦੇ ਜਿਹੜਾ ਵਾਪਸ ਜਿਹੜੇ ਆ ਉਹ ਨਹੀਂ ਲੈ ਜਾਂਦੇ। ਜਿਹੜਾ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਹੈ ਜਿਹੜਾ ਆ ਉਹ ਕਦੇ ਵੀ ਵਾਪਸ ਨਹੀਂ ਲਿਆ ਜਾਂਦਾ, ਜੋ ਕਿ ਹੁਣ ਤੱਕ ਦੀ ਜਿਹੜੀ ਰੀਤ ਚੱਲਦੀ ਆ ਰਹੀ ਆ। ਇਸ ਲਈ ਹੁਣ ਸੰਗਤਾਂ ਹੀ ਸ਼ਰਧਾ ਤੇ ਹੈਸੀਅਤ ਮੁਤਾਬਿਕ ਜਿਹੜਾ ਆ ਉਹ ਆਪਣੀ ਮਾਇਆ ਦੇਣਗੀਆਂ ਤੇ ਉਸ ਦੇ ਬਦਲੇ ਜਿਹੜੀ ਆ ਉਹ ਪਰਚੀ ਲੈਣਗੀਆਂ। ਤੇ ਅੱਜ ਵੀ ਜਿਹੜਾ ਆ ਸਿੱਖਾਂ ਦੀ ਜਿਹੜੀ ਆ ਸਿਰਮੌਰ ਜਿਹੜੀ ਆ ਅਕਾਲ ਤਖਤ ਜਿੱਥੋਂ ਜਿਹੜੇ ਆ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ, ਪਰ ਕੁਝ ਕੁ ਲੋਕਾਂ ਨੇ ਜਿਹੜਾ ਆ ਇਸ ਦੀ ਜਿਹੜੇ ਆ ਅਸਕ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਨੇ ਜਥੇਦਾਰ ਨੇ ਜਾਂ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਉਹ ਕੁਛ ਕੁ ਜਿਹੜਾ ਆ ਸਿਆਸੀ ਦਬਾਅ ਹੇਠਾਂ ਹੋ ਕੇ ਚੱਲਦੇ ਨੇ। ਤਾਂ ਇਹਨਾਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਜੇ ਸਿਆਸੀ ਦਬਾਅ ਦੇ ਵਿੱਚ ਚੱਲਦੇ ਆ ਤਾਂ ਸੰਗਤ ਜਿਹੜਾ ਫੈਸਲਾ ਕਰਕੇ ਉਹ ਸਿਆਸਤ ਨੂੰ ਜਾਂ ਉਹ ਦਬਾਅ ਨੂੰ ਜਿਹੜੀ ਆ ਉਹ ਘੱਟ ਵੀ ਕਰ ਸਕਦੀ ਹੈ, ਤਾਂ ਕਿ ਜਿਹੜਾ ਆ ਪੁਰਾਤਨ ਸਮੇਂ ਤੋਂ ਜੋ ਅਕਾਲ ਤਖਤ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਤੋਂ ਜੋ ਅਕਾਲ ਤਖਤ ਦੀ ਮਾਣ ਮਰਿਆਦਾ ਆ ਜਿਹੜਾ ਆ ਉਸ ਨੂੰ ਜਿਹੜਾ ਆ ਬਰਕਰਾਰ ਰੱਖਣ ਲਈ ਅਨੇਕਾਂ ਤਰ੍ਹਾਂ ਦੇ ਜਿਹੜੇ ਆ ਯਤਨ ਕੀਤੇ ਗਏ ਆ, ਸ਼ਹੀਦੀਆਂ ਦਿੱਤੀਆਂ ਗਈਆਂ ਨੇ, ਜਾਂ ਇਹ ਕਹਿ ਸਕਦੇ ਆ ਕਿ ਜਿਹੜਾ ਆ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ। ਤੇ ਅੱਜ ਜਿਹੜਾ ਆ ਸਾਨੂੰ ਉਸ ਦੇ ਉੱਤੇ ਜਿਹੜਾ ਆ ਵਿਸ਼ਵਾਸ ਕਰਨ ਦੀ ਵੀ ਲੋੜ ਹੈ, ਉਸ ਨੂੰ ਜਿਹੜੀ ਆ ਸੰਭਾਲਣ ਦੀ ਲੋੜ ਹੈ। ਨਹੀਂ ਤਾਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਅਸੀਂ ਇਸ ਇਤਿਹਾਸ ਤੋਂ ਵੀ ਜਿਹੜਾ ਆ ਉਹ ਅਸੀਂ ਵਾਂਝੇ ਹੋ ਜਾਵਾਂਗੇ ਤੇ ਸਾਨੂੰ ਜਿਹੜਾ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸੁਪਰੀਮ ਕੋਰਟ ਹਾਈ ਕੋਰਟ ਅਸੀਂ ਜਿਹੜਾ ਆ ਉਹ ਕਹਿ ਸਕਦੇ ਆ ਤੇ ਉਸ ਦੇ ਉੱਤੋਂ ਜਿਹੜੇ ਆ ਹੁਕਮਨਾਮੇ ਜਿਹੜੇ ਜਾਰੀ ਹੁੰਦੇ ਨੇ, ਜਿਹੜੇ ਆ ਸਿੰਘਾਂ ਨੂੰ ਜਿਹੜੇ ਆ ਆਪਣੇ ਸਿੱਖਾਂ ਨੂੰ ਜਿਹੜੇ ਆ ਉਸ ਨੂੰ ਜਿਹੜਾ ਆ ਮੰਨਣਾ ਚਾਹੀਦਾ ਆ, ਉਸ ਦੀ ਮਾਣ ਮਰਿਆਦਾ ਨੂੰ ਵੀ ਜਿਹੜਾ ਆ ਮੰਨਣਾ ਚਾਹੀਦਾ ਹੈ ਤੇ ਉਸ ਦੀ ਜਿਹੜੀ ਮਾਣ ਮਰਿਆਦਾ ਨੂੰ ਸਦਾ ਜਿਹੜਾ ਆ ਬਰਕਰਾਰ ਰੱਖਣ ਲਈ ਜਿਹੜੇ ਆ ਸਾਨੂੰ ਜਿਹੜੇ ਆ ਉਪਰਾਲੇ ਕਰਨੇ ਚਾਹੀਦੇ ਆ। ਜੀ ਬਿਲਕੁਲ ਜੀ। ਤੇ ਹੁਣ ਅੱਗੇ ਵਧਾਣੇ ਪ੍ਰੋਗਰਾਮ ਨੂੰ ਤੇ ਨੈਕਸਟ ਸੈਗਮੈਂਟ ਸਾਡਾ ਅਖਬਾਰ ਹਾਜ਼ਰ ਹੈ। ਬਿਲਕੁਲ ਜੀ ਰੂਹੀ ਜੀ, ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਅੱਜ ਦੀਆਂ ਸੁਰਖੀਆਂ ਜਦੋਂ ਅਸੀਂ ਫਰੋਲੀਆਂ ਤਾਂ ਪੀਐਮ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਜਿਹੜੀ ਮੁਲਾਕਾਤ ਕੀਤੀ, ਦੋਵਾਂ ਦੇਸ਼ਾਂ ਵਿਚਕਾਰ ਇਹਨਾਂ ਮੁੱਦਿਆਂ ਤੇ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਗਈ। ਘਰ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲੀਸੀ ਪੈਲੇਸ ਦੇ ਵਿੱਚ ਜਿਹੜਾ ਆ ਨਵੇਂ ਫਰਾਂਸ ਦੇ ਜਿਹੜੇ ਚੁਣੇ ਗਏ ਰਾਸ਼ਟਰਪਤੀ ਜਿਹੜੇ ਮੈਕਰੋਨ ਨਾਲ ਗੱਲਬਾਤ ਕੀਤੀ ਤੇ ਐਲੀਸੀ ਪੈਲੇਸ ਦੇ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਸਰਕਾਰੀ ਰਿਹਾਇਸ਼ ਪੈਰਿਸ ਵਿੱਚ ਜਿਹੜੇ ਨੇ ਉਹ ਮੌਜੂਦ ਸੀਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਕਰੋਨ ਵਿਚਾਲੇ ਹੋਈ ਜਿਹੜੀ ਆ ਦੋਨਾਂ ਦੀ ਗੱਲਬਾਤ ਦਾ ਵਰਣਨ ਕਰਦੇ ਵਿਦੇਸ਼ ਦੇ ਸਕੱਤਰ ਵਿਨੇ ਕਵਾਤਰਾ ਨੇ ਕਿਹਾ ਕਿ ਦੋਨਾਂ ਨੇਤਾਵਾਂ ਨੇ ਰੱਖਿਆ, ਪੁਲਾੜ, ਸਿਵਲ, ਪਰਮਾਣੂ ਸਹਿਯੋਗ ਤੇ ਲੋਕਾਂ ਦੇ ਸਬੰਧਾਂ ਸਮੇਤ ਦੁਵੱਲੇ ਸਬੰਧਾਂ ਦੇ ਸਾਰੇ ਪ੍ਰਮੁੱਖਤਾ ਖੇਤਰਾਂ ਦੇ ਵਿਆਪਕ ਸਬੰਧ ਵਿੱਚ ਜਿਹੜੀ ਆ ਉਹ ਚਰਚਾ ਕੀਤੀ। ਕਵਾਤਰਾ ਨੇ ਇਹ ਵੀ ਕਿਹਾ ਕਿ ਭਾਰਤ ਤੇ ਫਰਾਂਸ ਜਿਹੜਾ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਇੱਕ ਦੂਜੇ ਨੂੰ ਜਿਹੜੀ ਆ ਪ੍ਰਮੁੱਖਤਾ ਭਾਈਵਾਲਾ ਵਜੋਂ ਜਿਹੜੇ ਨੇ ਉਹ ਦੇਖਦੇ ਨੇ। ਇੱਕ ਰਿਪੋਰਟ ਦੇ ਅਨੁਸਾਰ ਵਿਦੇਸ਼ ਸਕੱਤਰ ਨੇ ਇਹ ਵੀ ਦੱਸਿਆ ਕਿ ਅਗਸਤ 2019 ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਫਰਾਂਸ ਯਾਤਰਾ ਹੈ ਤੇ ਕਵਾਤਰਾ ਨੇ ਕਿਹਾ ਕਿ ਦੋਵੇਂ ਨੇਤਾ ਫੋਨ ਕਾਲਾਂ ਤੇ ਚਿੱਠੀਆਂ ਰਾਹੀਂ ਨਿਯਮਿਤ ਸੰਪਰਕ ਵਿੱਚ ਰਹੇ ਹਨ। ਉਹ ਪਿਛਲੇ ਸਾਲ G20 ਸਿਖਰ ਸੰਮੇਲਨ ਦੌਰਾਨ ਵੀ ਮਿਲੇ ਸਨ ਤੇ ਭਾਰਤ ਤੇ ਫਰਾਂਸ ਮਜ਼ਬੂਤ ਰਣਨੀਤਕ ਭਾਈਵਾਲ ਹਨ। ਦੋਵੇਂ ਨੇਤਾ ਚੰਗੇ ਦੋਸਤ ਵੀ ਹਨ ਤੇ ਕਵਾਤਰਾ ਨੇ ਕਿਹਾ ਕਿ ਰਾਸ਼ਟਰਪਤੀ ਮੈਕਰੋਨ ਨੂੰ ਨਵਾਂ ਫਤਵਾ ਮਿਲਿਆ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੀ ਮੌਜੂਦਾ ਤਾਕਤ ਤੇ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਪਣੀ ਯਾਤਰਾ ਨੂੰ ਸਾਰਥਕ ਦੱਸਿਆ ਤੇ ਇਸ ਮੌਕੇ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੀ ਫਰਾਂਸੀਸੀ ਹਮਰੁਤਬਾ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯੂਵੇਸ ਲੈ ਡਰੀਅਨ ਨਾਲ ਮੁਲਾਕਾਤ ਕੀਤੀ ਤੇ ਇਸ ਦੇ ਨਾਲ ਹੀ ਗੱਲਬਾਤ ਤੋਂ ਬਾਅਦ ਰਾਸ਼ਟਰਪਤੀ ਮੈਕਰੋਨ ਨੇ ਪੀਐਮ ਮੋਦੀ ਦੇ ਸਨਮਾਨ ਵਿੱਚ ਡਿਨਰ ਦਾ ਆਯੋਜਨ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਆਪਣੇ 3 ਦਿਨਾਂ ਯੂਰਪ ਦੌਰੇ ਤੇ ਆਖਰੀ ਪੜਾਅ ਤੇ ਪੈਰਿਸ ਪਹੁੰਚੇ ਤਾਂ ਭਾਰਤੀ ਪ੍ਰਵਾਸੀ ਲੋਕਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਜਿਸ ਹੋਟਲ ਵਿੱਚ ਪੀਐਮ ਮੋਦੀ ਠਹਿਰੇ ਹੋਏ ਸਨ ਉਸ ਦੇ ਬਾਹਰ
ਭਾਰਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ ਤੇ ਕਈ ਲੋਕਾਂ ਨੇ ਪ੍ਰਧਾਨ ਮੰਤਰੀ ਤੋਂ ਆਟੋਗ੍ਰਾਫ ਵੀ ਮੰਗੇ ਸਨ। ਬਿਲਕੁਲ ਜੀ। ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਵਿਦੇਸ਼ਾਂ ਵਿੱਚ ਨਹੀਂ ਜਾਣਾ ਪਏਗਾ। ਅੱਜ ਇੱਕ ਪਾਸੇ ਕਦਮ ਵਧਾਏ ਜਾ ਰਹੇ ਹਨ। ਭਗਵੰਤ ਮਾਨ ਦਾ ਜਿਹੜਾ ਇਹ ਵੱਡਾ ਬਿਆਨ ਸਾਹਮਣੇ ਆਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਸੀ ਕਿ ਉਹਨਾਂ ਨੂੰ ਕੰਮ ਲਈ ਵਿਦੇਸ਼ਾਂ 'ਚ ਜਿਹੜਾ ਆ ਨਹੀਂ ਜਾਣਾ ਪਏਗਾ। ਇੱਥੇ ਹੀ ਨਵੀਂ ਤਕਨੀਕ ਸਿੱਖਿਆ ਮਿਲੇਗੀ। ਇਸ ਬਾਰੇ ਜਿਹੜੇ ਨੇ ਕਦਮ ਵਧਾਏ ਜਾ ਰਹੇ ਨੇ ਤੇ ਜਿਹੜੇ ਨੇ ਇਹਦੇ ਜਿਹੜੇ ਨੇ ਲਗਾਤਾਰ ਜਿਹੜਾ ਇਸ ਉੱਤੇ ਜਿਹੜੀ ਆ ਵਿਚਾਰ ਚਰਚਾ ਵੀ ਕੀਤੀ ਜਾ ਰਹੀ ਆ, ਗੱਲਬਾਤ ਵੀ ਕੀਤੀ ਜਾ ਰਹੀ ਆ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਸੀ ਕਿ ਉਹਨਾਂ ਨੂੰ ਵਿਦੇਸ਼ਾਂ 'ਚ ਜਿਹੜਾ ਆ ਉਹ ਨਹੀਂ ਜਾਣਾ ਪਏਗਾ। ਇੱਥੇ ਹੀ ਨਵੀਂ ਤਕਨੀਕ ਸਿੱਖਿਆ ਮਿਲੇਗੀ। ਆਪਣੇ ਵਾਅਦੇ ਤੇ ਵੱਧਦੇ ਹੋਏ ਈ ਵਹੀਕਲ ਦੇ ਖੇਤਰ ਵਿੱਚ ਤਕਨੀਕੀ ਸਿਖਲਾਈ ਤੇ ਜਿਹੜਾ ਆ LTSU ਤੇ ਟਾਟਾ ਟੈਕਨੋਲੋਜੀਜ਼ ਜਿਹੜਾ ਆ ਅਫਸਰਾਂ ਨਾਲ ਗੱਲਬਾਤ ਵੀ ਕੀਤੀ, ਜਿਸ ਵਿੱਚ ਜਿਹੜਾ ਪੰਜਾਬ ਦੇ ਰੋਜ਼ਗਾਰ ਦੇ ਮੌਕੇ ਇਸ ਦੇ ਨਾਲ ਜਿਹੜਾ ਆ ਉਹ ਪੈਦਾ ਹੋਣਗੇ। ਤੇ ਨਾਲ ਇਹ ਵੀ ਅਸੀਂ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਰੁਝਾਨ ਉੱਤੇ ਚਿੰਤਾ ਵੀ ਜ਼ਾਹਰ ਕੀਤੀ ਸੀ ਤੇ ਵਾਅਦਾ ਵੀ ਕੀਤਾ ਸੀਗਾ ਕਿ ਉਹਨਾਂ ਦੀ ਅਗਰ ਸਰਕਾਰ ਬਣ ਗਈ ਜਾਂ ਮਤਲਬ ਉਹਨਾਂ ਦੀ ਸਰਕਾਰ ਬਣੀ ਤਾਂ ਨੌਜਵਾਨਾਂ ਲਈ ਜਿਹੜਾ ਆ ਇੱਥੇ ਹੀ ਰੁਜ਼ਗਾਰ ਦੇ ਜਿਹੜੇ ਨੇ ਮੌਕੇ ਜਿਹੜੇ ਪੈਦਾ ਹੋਣਗੇ ਜਾਂ ਉਹਨਾਂ ਨੂੰ ਜਿਹੜਾ ਆ ਇੱਥੇ ਹੀ ਰੁਜ਼ਗਾਰ ਮਿਲੇਗਾ। ਉਹਨਾਂ ਨੂੰ ਜਿਹੜਾ ਵਿਦੇਸ਼ਾਂ ਵੱਲ ਜਿਹੜਾ ਆ ਆਪਣਾ ਮੂੰਹ ਨਹੀਂ ਚੱਕਣਾ ਪਏਗਾ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਉਹੀ ਵਾਅਦਾ ਚੇਤੇ ਕਰਾਉਂਦੇ ਹੋਏ ਜਿਹੜਾ ਆ ਇਹ ਦਾਅਵਾ ਕੀਤਾ ਕਿ ਛੇਤੀ ਹੀ ਨੌਜਵਾਨਾਂ ਲਈ ਜਿਹੜਾ ਆ ਰੁਜ਼ਗਾਰ ਦੇ ਜਿਹੜੇ ਆ ਮੌਕੇ ਪੈਦਾ ਕੀਤੇ ਜਾਣਗੇ ਤਾਂ ਕਿ ਜਿਹੜੇ ਸਾਡੇ ਵੀਰ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਜਿਹੜਾ ਆ ਉਹ ਮੂੰਹ ਨਾ ਕਰਨਗੇ। ਤੇ ਇਹਦੇ ਨਾਲ ਰੋਹੀ ਜੀ ਇੱਕ ਗੱਲ ਹੋਰ ਹੋ ਸਕਦੀ ਹੈ ਕਿ ਜੇ ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇਗਾ ਨੌਜਵਾਨਾਂ ਨੂੰ ਤੇ ਇਸ ਦੇ ਉੱਤੇ ਜਿਹੜਾ ਆ ਨਸ਼ੇ ਦੇ ਉੱਤੇ ਵੀ ਜਿਹੜੀ ਆ ਠੱਲ ਪੈਣ ਦੀ ਜਿਹੜੀ ਆ ਉਹ ਆਸ ਹੈ, ਕਿਉਂਕਿ ਜਦੋਂ ਰੁਜ਼ਗਾਰ ਨਹੀਂ ਹੋਏਗਾ ਤਾਂ ਬੇਘਰ ਜਿਹੜੇ ਲੋਕ ਹੋਣਗੇ ਤਾਂ ਉਹ ਮਤਲਬ ਕਹਿਣ ਤੋਂ ਭਾਵ ਇੱਕ ਵਿਹਲੇ ਲੋਕ ਜਾਂ ਵਿਹਲੇ ਲੋਕ ਜਾਂ ਸਟ੍ਰੈਸ ਵਿੱਚ ਆਏ ਲੋਕ। ਹਾਂਜੀ ਸਟ੍ਰੈਸ, ਹਾਂ ਇਹ ਵੀ ਕਹਿ ਸਕਦੇ ਆ ਕਿ ਅਸੀਂ ਹੋ ਸਕਦਾ ਕਿਤੇ ਨਾ ਕਿਤੇ ਆਪਣੇ ਦੁੱਖ ਨੂੰ ਜਿਹੜਾ ਆ ਭੁਲਾਉਣ ਵਾਸਤੇ, ਜਿਵੇਂ ਇੱਕ ਆਮ ਪ੍ਰਚਲਿਤ ਜੀ ਗੱਲ ਚੱਲ ਗਈ ਆ ਕਿ ਇੱਕ दारू ਦਾ ਸੇਵਨ ਕਰਨ ਲੱਗ ਜਾਂਦੇ ਨੇ ਜਾਂ ਕਿਸੇ ਨਾ ਕਿਸੇ, ਇਹ ਵੀ ਕਹਿ ਸਕਦੇ ਆ ਕਿ ਲਾਗ ਦੇ ਨਾਲ ਹੀ ਜਾਂ ਕਿਸੇ ਦੇ ਵੱਲ ਦੇਖ ਕੇ ਵੀ ਲੱਗ ਜਾਣਾ, ਜਾਂ ਇਹ ਵੀ ਕਹਿ ਸਕਦੇ ਆ ਕਿ ਜਿਹੜੇ ਇਸ ਕਾਰੋਬਾਰ ਨੂੰ ਆਪਣੇ ਨੂੰ ਵਧਾਉਣਾ ਚਾਹੁੰਦੇ ਨੇ, ਚਾਹੇ ਉਹ ਚਿੱਟੇ ਦੀ ਗੱਲ ਕਰ ਲਈਏ ਚਾਹੇ ਉਹ ਕਿਸੇ ਵੀ ਨਸ਼ੇ ਦੀ ਗੱਲ ਕਰ ਲਈਏ, ਜੇ ਉਹਨੇ ਆਪਣਾ ਕਾਰੋਬਾਰ ਵਧਾਉਣਾ ਹੋਏਗਾ ਤਾਂ ਉਹ ਅਨੇਕਾਂ ਤਰ੍ਹਾਂ ਦੇ ਜਿਹੜੇ ਆ ਉਹ ਜਿਹੜਾ ਆ ਕਰੇਗਾ, ਹੀਲੇ ਵਸੀਲੇ ਕਰੇਗਾ ਕਿ ਜਿਹੜਾ ਮੇਰੇ ਨਾਲ ਵੱਧ ਤੋਂ ਵੱਧ ਜਿਹੜੇ ਨੇ ਨੌਜਵਾਨ ਜੁੜਨ ਤੇ ਨੌਜਵਾਨਾਂ ਦੀ ਜਿਹੜੀ ਆ ਨੌਜਵਾਨੀ ਇੱਥੇ ਜਿਹੜੀ ਆ ਖਤਮ ਕੀਤੀ ਜਾ ਰਹੀ ਆ। ਤੇ ਜੇ ਨੌਜਵਾਨ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਰੋਜ਼ਗਾਰ ਮਿਲੇਗਾ ਤਾਂ ਹੋ ਸਕਦਾ ਕਿਤੇ ਨਾ ਕਿਤੇ ਜਿਹੜੀ ਆ ਨਸ਼ਿਆਂ ਦੇ ਉੱਤੇ ਵੀ ਕਾਫੀ ਜਿਹੜਾ ਆ ਠੱਲ ਪੈਣ ਦੀ ਜਿਹੜੀ ਆ ਉਹ ਆਸ ਲੱਗਦੀ ਆ। ਤੇ ਅਗਲੀ ਅਖਬਾਰ ਦੀ ਸੁਰਖੀ ਕਹਿੰਦੀ ਕਿ ਭੁੱਲਰ ਤੇ ਰਜਵਾੜਾ ਮਾਮਲੇ ਤੇ ਬੋਲੇ ਬਿੱਟੂ, ਕਿਹਾ ਜੇ ਇਹ ਲੋਕ ਬਾਹਰ ਆ ਗਏ ਤਾਂ ਪੰਜਾਬ ਦਾ ਮਾਹੌਲ ਕਰਨਗੇ ਖਰਾਬ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਲਵੰਤ ਸਿੰਘ ਰਜਵਾੜਾ ਦੀ ਮਾਫੀ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਿਆ ਹੈ। ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਜੇਕਰ ਇਹ ਲੋਕ ਬਾਹਰ ਆ ਗਏ ਤਾਂ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਅਤਵਾਦੀਆਂ ਦੀ ਰਿਹਾਈ ਕਰਾਉਣਾ ਚਾਹੁੰਦੀ ਹੈ। ਅਤਵਾਦੀਆਂ ਨਾਲ ਇੰਨਾ ਪਿਆਰ ਕਿਉਂ? ਉਹ ਕਿਵੇਂ ਭੁੱਲ ਜਾਵੇ ਜਿਨ੍ਹਾਂ ਨੂੰ ਉਹਨਾਂ ਮਾਰਿਆ? ਬੰਬ ਧਮਾਕਿਆਂ ਲਈ ਮਾਫੀ ਕਿਉਂ? ਜੋ ਸਜ਼ਾ ਇਹਨਾਂ ਅਤਵਾਦੀਆਂ ਨੂੰ ਮਿਲਣੀ ਚਾਹੀਦੀ ਸੀ ਉਹ ਤਾਂ ਮਿਲੀ ਹੀ ਨਹੀਂ। ਤੇ ਬਿੱਟੂ ਨੇ ਅੱਗੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਹੀ ਪੰਜਾਬ ਨੂੰ ਨਸ਼ਿਆਂ ਵਿੱਚ ਧੱਕਿਆ। ਉਹਨਾਂ ਨੇ ਕਿਹਾ ਕਿ ਬਾਦਲਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੈਸੇ ਆ ਰਹੇ ਹਨ ਤੇ 25 ਲੱਖ ਦਾ ਵਕੀਲ ਵੀ ਹਾਇਰ ਕੀਤਾ। ਤੇ ਉਹਨਾਂ ਇਹ ਵੀ ਕਿਹਾ ਕਿ ਪਰਵਾਨਾ ਖਾਲਿਸਤਾਨੀ ਉਹੀ ਬਿਆਨ ਸੀ ਜੋ ਉਸਨੇ ਕਿਸਾਨ ਅੰਦੋਲਨ ਵਿੱਚ ਦਿੱਤਾ ਸੀ ਤੇ ਮੈਂ ਉਦੋਂ ਵੀ ਬੋਲਦਾ ਸੀ ਤੇ ਜੱਸੀ ਇੱਕ ਚੰਗਾ ਗਾਇਕ ਹੈ, ਜੋ ਵੀ ਉਹਨਾਂ ਨਾਲ ਕਰਵਾਇਆ ਹੈ ਉਹ ਖਾਲਿਸਤਾਨੀਆਂ ਨੇ ਕਰਵਾਇਆ ਹੈ। ਰੋਹੀ ਜੀ, ਜੇ ਅਸੀਂ ਗੱਲ ਕਰੀਏ ਹੁਣ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਗੱਲ ਕਰੀਏ ਤੇ ਜੇ ਅਸੀਂ ਜਾਂ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰੀਏ, ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਸੀਗਾ ਤਾਂ ਉਦੋਂ ਬੰਤੀ ਸਿੰਘਾਂ ਦੀ ਰਿਹਾਈ ਕੀਤੀ ਗਈ ਸੀ ਦੀ ਗੱਲ ਕੀਤੀ ਗਈ ਸੀਗੀ। ਤੇ ਚਾਹੇ ਉਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਹੋਵੇ ਤੇ ਚਾਹੇ ਉਹ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਆ ਬੇਅੰਤ ਸਿੰਘ ਜੀ ਦੀ ਗੱਲ, ਬਲਵੰਤ ਸਿੰਘ ਰਾਜੋਆਣਾ ਦੀ। ਬਲਵੰਤ ਸਿੰਘ ਰਾਜੋਆਣਾ ਬੇਅੰਤ ਸਿੰਘ ਦੇ ਜਿਹੜਾ ਆ ਕਤਲ ਮਾਮਲੇ ਦੇ ਵਿੱਚ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਸੀਗੇ, ਸਭ ਨੂੰ ਪਤਾ ਆ। ਤੇ ਜਿਹੜੇ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਦੇ ਪੋਤਰੇ ਨੇ। ਹਾਂਜੀ, ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਜੇ ਕਿਸੇ ਨੂੰ ਇੱਕ ਭਾਵੁਕ ਹੋ ਕੇ ਜਾਂ
ਵੀ ਉਹਨਾਂ ਦੇ ਦਾਦਾ ਜੀ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਸੀਗੀ, ਇਸ ਦੇ ਉੱਤੇ ਤੁਸੀਂ ਕਹਿ ਦਿਓ ਕਿ ਉਹ ਬੰਦੇ ਨੂੰ ਜਿਹੜਾ ਆ ਉਹ ਸਜ਼ਾ ਦੇ ਕਾਬਲ ਇਹ ਸਜ਼ਾ ਲੱਗਣੀ ਚਾਹੀਦੀ ਹੈ ਜਾਂ ਉਹ ਸਜ਼ਾ ਲੱਗਣੀ ਚਾਹੀਦੀ ਹੈ ਜਾਂ ਸਾਰਾ ਉਹਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਜਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਆ। ਇਹ ਸੁਪਰੀਮ ਕੋਰਟ ਨੇ ਨਿਰਧਾਰਿਤ ਕਰਨਾ ਹੈ। ਇਹ ਸੁਪਰੀਮ ਕੋਰਟ ਦਾ ਜਿਹੜਾ ਆ ਇਹ ਸਾਰਾ ਮਾਮਲਾ ਆ ਜਾਂ ਇਹ ਕਾਨੂੰਨੀ ਮਾਮਲਾ ਆ। ਜੇ ਕਾਨੂੰਨ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜਿਹੜਾ ਆ ਉਹ ਹੁਣ ਰਿਹਾ ਕਰਨ ਦੀ ਗੱਲ ਕਰ ਰਿਹਾ ਆ ਜਾਂ ਰਿਹਾ ਕੀਤਾ ਜਾਣਾ ਆ, ਤਾਂ ਇਸ ਦੇ ਵਿੱਚ ਜਿਹੜਾ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਹਿਣ ਤੋਂ ਭਾਵ ਇਹ ਹੈ ਕਿ ਜੇ ਜਜ਼ਬਾਤੀ ਹੋ ਕੇ ਜਿਹੜਾ ਆ ਸਰਕਾਰ ਦੇ ਜਾਂ ਕਾਨੂੰਨ ਦੇ ਜਿਹੜੇ ਆ ਉਹ ਫੈਸਲੇ ਨਹੀਂ ਲਿੱਤੇ ਜਾਂਦੇ। ਸੋ ਇਸੇ ਕਰਕੇ ਜਿਹੜਾ ਆ ਇਹ ਵੀ ਕਹਿ ਸਕਦੇ ਆ ਕਿ ਅਸੀਂ ਜਿਹੜਾ ਰਵਨੀਤ ਸਿੰਘ ਬਿੱਟੂ ਆ ਉਹਦਾ ਜਿਹੜਾ ਇਹ ਕਹਿਣਾ ਸੁਭਾਵਿਕ ਵੀ ਹੋ ਸਕਦਾ ਆ, ਪਰ ਜੇ ਇੰਨਾ ਹੀ ਖਤਰਨਾਕ ਹੁੰਦਾ ਤਾਂ ਆਮ ਆਦਮੀ ਪਾਰਟੀ ਦੇ ਉੱਤੇ ਵੀ ਉਹਨਾਂ ਹੀ ਜਿਹੜਾ ਤੰਜ ਕੱਸਣਾ ਚਾਹੀਦਾ ਸੀਗਾ, ਜੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਚਾਹੇ ਉਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਕਰ ਲਈਏ, ਚਾਹੇ ਅਸੀਂ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰ ਲਈਏ, ਜਿੰਨੇ ਵੀ ਜਿਹੜੇ ਜੇਲ੍ਹਾਂ 'ਚ ਸਿੰਘ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਸਜ਼ਾਵਾਂ ਪੂਰੀਆਂ ਕਰਨੀਆਂ, ਉਸ ਤੋਂ ਬਾਅਦ ਵੀ ਜਿਹੜਾ ਆ ਲੰਬੇ ਸਮੇਂ ਤੋਂ ਜਿਹੜਾ ਆ ਜੇਲ੍ਹਾਂ ਦੇ ਵਿੱਚ ਹੈ, ਤਾਂ ਫਿਰ ਇਹਦਾ ਮਤਲਬ ਆਮ ਆਦਮੀ ਪਾਰਟੀ ਵੀ ਜਿਹੜੀ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ। ਤੇ ਇੱਕ ਇਹ ਵੀ ਦੇਖਿਆ ਜਾ ਸਕਦਾ ਆ ਕਿ ਜਿੰਨੇ ਸਮੇਂ ਤੋਂ ਜਿਹੜੇ ਆ ਬਲਵੰਤ ਸਿੰਘ ਰਾਜੋਆਣਾ ਜਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੈ ਉਹ ਜੇਲ੍ਹਾਂ ਦੇ ਵਿੱਚ ਨੇ, ਜਾਂ ਹੋਰ ਵੀ ਜਿਹੜੇ ਅਜਿਹੇ ਸਿੰਘ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ, ਪਰ ਪੰਜਾਬ ਦੇ ਮਾਹੌਲ ਦੀ ਜੇ ਹੁਣ ਦੀ ਗੱਲ ਕਰੀਏ ਰੂਹੀ ਜੀ, ਹੁਣ ਪੰਜਾਬ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਆ? ਕਦੀ ਇਸ ਨੂੰ ਖਾਲਿਸਤਾਨ ਦੇ ਨਾਮ ਤੇ ਭੜਕਾਇਆ ਜਾਂਦਾ ਆ, ਕਦੀ ਖਾਲਿਸਤਾਨ ਅੱਤਵਾਦੀਆਂ ਦੇ ਨਾਮ ਤੇ ਭੜਕਾਇਆ ਜਾਂਦਾ ਆ, ਕਦੀ ਕਿਸ ਤਰੀਕੇ ਦੇ ਨਾਲ ਜਿਹੜਾ ਭੜਕਾਇਆ ਜਾਂਦਾ। ਤੇ ਜੇ ਥੋੜੇ ਜਿਹੇ ਪਿਛਲੇ ਸਮੇਂ ਦੇ ਵਿੱਚ ਜੇ ਗੱਲ ਕਰਕੇ ਦੇਖੀਏ ਤਾਂ ਪਟਿਆਲਾ ਦੇ ਵਿੱਚ ਜਿਹੜੀ ਆ ਇਹ ਝੜਪ ਹੋਈ ਆ, ਇਹਦੇ ਵਿੱਚ ਨਾ ਤਾਂ ਜਿਹੜਾ ਆ ਬਲਵੰਤ ਸਿੰਘ ਰਾਜੋਆਣੇ ਦਾ ਹੱਥ ਹੈ ਤੇ ਨਾ ਹੀ ਜਿਹੜਾ ਆ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਹੱਥ ਹੈ। ਇਹਦੇ ਵਿੱਚ ਹੱਥ ਕਿਹਨਾਂ ਦਾ ਆ? RSS ਦੀਆਂ 2000 ਜਿਹੜੀਆਂ ਤੋਂ ਵੱਧ ਜਿਹੜੀਆਂ ਨੇ ਇੱਥੇ ਜਿਹੜੀਆਂ ਨੇ ਕਮੇਟੀਆਂ ਬਣੀਆਂ ਹੋਈਆਂ ਨੇ ਜਾਂ ਮਤਲਬ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ, ਆਪਣਾ ਜਿਹੜੇ ਉਹਨਾਂ ਦੇ ਗਰੁੱਪ ਬਣੇ ਹੋਏ ਨੇ, ਉਹਨਾਂ ਦੇ ਵਿੱਚੋਂ ਕੁਝ ਕੁ ਜਿਹੜੀਆਂ ਨੇ ਰਜਿਸਟਰਡ ਵੀ ਨਹੀਂ ਹੈਗੀਆਂ, ਪਰ ਉਹਨਾਂ ਨੂੰ ਵੀ ਜਿਹੜਾ ਆ ਸਿਕਿਉਰਟੀਆਂ ਦਿੱਤੀਆਂ ਗਈਆਂ ਨੇ। ਉਹਨਾਂ ਸਿਕਿਉਰਟੀਆਂ ਦਾ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਖਰਚਾ ਉਹ 30 ਜਿਹੜਾ ਆ ਕਰੋੜ ਦਾ ਜਿਹੜਾ ਆ ਉਹ ਮੰਨਿਆ ਜਾਂਦਾ ਆ, ਜਿਹੜੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਿਹੜੀਆਂ ਸਿਕਿਉਰਟੀਆਂ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਚੋਂ ਜੇ ਅਸੀਂ ਗੱਲ ਕਰੀਏ ਤਾਂ ਬਰਜਿੰਦਰ ਸਿੰਘ ਪਰਵਾਨੇ ਨੂੰ ਜਿਹੜਾ ਮਾਸਟਰਮਾਈਂਡ ਜਿਹੜਾ ਆ ਉਹ ਦੱਸਿਆ ਜਾ ਰਿਹਾ। ਹਾਲੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਹਾਲੇ ਕੋਈ ਜਿਹੜਾ ਆ ਐਵੀਡੈਂਸ ਜਿਹੜੇ ਉੱਥੇ ਜਿਹੜੇ ਨੇ ਉਹ ਨਹੀਂ ਭੇਜੇ ਗਏ, ਤਾਂ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕਾਰਵਾਈ ਨਹੀਂ ਕੀਤੀ ਗਈ। ਤਾਂ ਇਸ ਤੋਂ ਸਭ ਤੋਂ ਪਹਿਲਾਂ ਇਹ ਕਿਵੇਂ ਪਤਾ ਲੱਗ ਗਿਆ ਕਿ ਜਿਹੜਾ ਮਾਸਟਰਮਾਈਂਡ ਸਾਰਾ ਬਰਜਿੰਦਰ ਸਿੰਘ ਪਰਵਾਨਾ ਆ, ਜਿਨ੍ਹਾਂ ਨੇ ਮੰਦਿਰ ਦੇ ਉੱਪਰੋਂ ਇੱਟਾਂ ਰੋੜੇ ਚਲਾਈਏ ਜਾਂ ਜਿਨ੍ਹਾਂ ਨੇ ਮੰਦਿਰ ਦੇ ਉੱਤੋਂ ਜਿਹੜਾ ਆ ਗੋਲੀ ਮਾਰੀ ਜਾਂ ਮੰਦਿਰ ਦੇ ਅੰਦਰ ਗੋਲੀ ਮਾਰੀ, ਤੇ ਉਹ ਜਿਹੜਾ ਤਰਨਤਾਰਨ ਦੇ ਇੱਕ ਸਿੰਘ ਦੇ ਜਿਹੜਾ ਆ ਗੋਲੀ ਵੱਜੀ ਆ, ਤੇ ਉਸ ਨੂੰ ਜਿਹੜਾ ਮੱਦੇ ਨਜ਼ਰ ਨਹੀਂ ਰੱਖਿਆ ਜਾ ਰਿਹਾ। ਤੇ ਜੇ ਕੋਈ ਲਲਕਾਰਦਾ ਆ ਜਾਂ ਕਿਸੇ ਦੇ ਖਿਲਾਫ ਵੀ ਬੋਲਦਾ ਆ, 29 ਅਪ੍ਰੈਲ ਨੂੰ ਜਿਹੜਾ ਆ ਖਾਲਿਸਤਾਨ ਐਲਾਨਨਾਮਾ ਹੋਇਆ ਸੀਗਾ, ਤੇ ਉਸ ਦੇ ਵਿੱਚ ਜੇ ਸਿੱਖ ਆਪਣੇ ਕਾਨੂੰਨੀ ਤੌਰ ਤੇ ਡੈਮੋਕ੍ਰੈਟਿਕ ਰਾਈਟ ਦੇ ਆਧਾਰ ਤੇ ਜੇ ਕਾਨੂੰਨ ਨੇ ਉਹਨਾਂ ਨੂੰ ਇੱਕ ਛੁੱਟੀ ਦਿੱਤੀ ਹੈ ਕਿ ਤੁਸੀਂ ਜਿਹੜਾ ਆ ਖਾਲਿਸਤਾਨ ਦੀ ਮੰਗ ਕਰ ਸਕਦੇ ਹੋ, ਖਾਲਿਸਤਾਨ ਦਾ ਨਾਂ ਲੈ ਸਕਦੇ ਹੋ, ਖਾਲਿਸਤਾਨ ਦਾ ਜੈਕਾਰਾ ਲਾ ਸਕਦੇ ਹੋ, ਤਾਂ ਫਿਰ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਆ। ਤੇ ਇਸ ਗੱਲ ਦੇ ਉੱਤੇ ਜਿਹੜੇ ਗੱਗੀ ਪੰਡਤ ਜੀ ਦੀ ਮੈਂ ਇੱਕ ਸ਼ਾਬਾਸ਼ ਵਾਲੀ ਗੱਲ ਕਰਦਾ ਆ, ਉਹਨਾਂ ਦੇ ਜਿਹੜੇ ਨੇ ਬਿਆਨ ਸਾਹਮਣੇ ਆਇਆ, ਕਾਫੀ ਉਹਨਾਂ ਦੇ ਵਿਚਾਰ ਵਧੀਆ ਨੇ ਤੇ ਇਹ ਸ਼ਾਬਾਸ਼ ਦੇ ਵੀ ਆ। ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਸਿੱਖ ਜਥੇਬੰਦੀ ਖਾਲਿਸਤਾਨ ਜਿੰਦਾਬਾਦ ਕਰਦੀ ਆ ਜਾਂ ਖਾਲਿਸਤਾਨ ਦੀ ਮੰਗ ਕਰਦੀ ਆ, ਸਾਨੂੰ ਇਸ ਦੇ ਵਿੱਚ ਕੀ ਪ੍ਰੋਬਲਮ ਹੈ। ਜੇ ਅਸੀਂ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਆ ਤਾਂ ਸਿੱਖਾਂ ਨੂੰ ਵੀ ਇਸ ਦੇ ਵਿੱਚ ਵੀ ਕੋਈ ਵੀ ਪ੍ਰੋਬਲਮ ਨਹੀਂ ਹੈ ਤੇ ਨਾ ਹੀ ਹੋਣੀ ਚਾਹੀਦੀ ਆ। ਤਾਂ ਫਿਰ ਆਪਸੀ ਵਿਵਾਦ ਹੋਇਆ ਕਿੱਥੇ, ਕੌਣ ਸ਼ੁਰੂ ਕਰ ਰਿਹਾ ਤੇ ਕੌਣ ਜਿਹੜਾ ਲਗਾਤਾਰ ਜਿਹੜਾ ਆ ਪੰਜਾਬ ਦੇ ਮਾਹੌਲ ਨੂੰ ਜਿਹੜਾ ਆ ਉਹ ਨਜ਼ਰ ਲਾ ਰਿਹਾ ਆ ਜਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹ ਰਿਹਾ ਆ। ਤੇ ਉਹਦੇ ਵਿੱਚ ਜਿਹੜਾ ਆ ਜਿੰਨੇ ਵੀ ਪਰਚੇ ਹੋਏ ਨੇ ਉਹ ਸਿੱਖਾਂ ਦੇ ਉੱਤੇ ਜਿਹੜੇ ਨੇ, ਉਹ ਸਿੱਖ ਜਥੇਬੰਦੀਆਂ ਦੇ ਉੱਤੇ ਜਿਹੜਾ ਆ ਹੋਏ ਆ। ਫਿਰ ਵੱਡੇ ਜਿਹੜੇ ਵਿਵਾਦਤ ਬਿਆਨ ਦਿੱਤੇ ਗਏ ਨੇ ਕਿ ਅਕਾਲੀ ਦਲ ਤੇ ਜਿਹੜਾ ਆ ਸ਼ਿਵ ਸੈਨਾ ਦੇ ਵਿੱਚ ਜਿਹੜਾ ਆ ਟਕਰਾਅ ਹੋਇਆ ਗਿਆ ਤੇ ਉੱਥੇ ਜਿਹੜਾ ਆ ਪੁਲਿਸ ਵਾਲੇ ਦੀ ਜਿਹੜਾ ਆ ਬਾਂਹ ਵੱਢ ਦਿੱਤੀ ਗਈ ਆ। ਇਸੇ ਤਰ੍ਹਾਂ ਦੇ ਜਿਹੜੇ ਨੇ ਵਿਵਾਦਤ ਬਿਆਨ, ਭੜਕਾਊ ਬਿਆਨ
ਪੰਜਾਬ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਨੇ ਇਸ ਤਰ੍ਹਾਂ ਦੇ ਜਿਹੜੇ ਨੇ ਬਿਆਨ ਦਿੱਤੇ ਗਏ ਨੇ, ਇਦਾਂ ਦੇ ਬਿਆਨਾਂ ਤੋਂ ਸਾਨੂੰ ਜਿਹੜਾ ਆ ਉਹ ਬਚਣਾ ਚਾਹੀਦਾ ਆ। ਇੱਕ ਪਾਸੇ ਤਾਂ ਅਸੀਂ ਜਿਹੜਾ ਆ ਮੁਸਲਮਾਨਾਂ ਤੇ ਰੋਜ਼ੇ ਖਿਲਾ ਕੇ ਜਿਹੜਾ ਆ ਅਸੀਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਆ, ਇੱਕ ਪਾਸੇ ਉਹਨਾਂ ਦੇ ਲਈ ਜਿਹੜਾ ਆ ਰੋਜ਼ਿਆਂ ਤੇ ਜਾ ਕੇ ਜਿਹੜਾ ਆ ਉਹ ਜਿਹੜਾ ਈਦ ਉਲ ਫਿਤਰ ਇਹਨਾਂ ਨੇ ਕੱਲ ਪਰਸੋਂ ਮਨਾਇਆ ਮੁਸਲਿਮ ਭਾਈਚਾਰੇ ਨੇ, ਅਸੀਂ ਕੇਕ ਲੈ ਕੇ ਜਾਂਦੇ ਆ, ਉਹਨਾਂ ਦੇ ਰੋਜ਼ੇ ਖਿਲਾਉਂਦੇ ਆ, ਤੇ ਦੂਜੇ ਪਾਸੇ ਅਸੀਂ ਇਹ ਜਿਹੀਆਂ ਕੋਝੀਆਂ ਜਿਹੜੀਆਂ ਹਰਕਤਾਂ ਕਰਦੇ ਆ, ਕੋਝੀਆਂ ਸੋਚਾਂ ਰੱਖਦੇ ਆ। ਇਸ ਦਾ ਮਤਲਬ ਕੀ ਆ? ਜੇ ਸ਼ਰਾਰਤੀ ਅੰਸਰ ਜਿਹੜੀਆਂ ਸ਼ਰਾਰਤਾਂ ਕਰਦੇ ਨੇ ਤੇ ਉਹਨਾਂ ਨੂੰ ਨੱਥ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਤੇ ਦੂਸਰੀ ਗੱਲ, ਉੱਥੇ ਨਾਨਕ ਸਿੰਘ ਜੀ ਸੀਗੇ ਜਿਹੜੇ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ, ਜਿਨ੍ਹਾਂ ਨੇ ਪੂਰੇ ਆਪਣੇ ਦਿਮਾਗ ਦੇ ਨਾਲ, ਆਪਣੇ ਜਿਹੜਾ ਆ ਇਤਿਆਦੀ ਦੇ ਨਾਲ ਜਿਹੜਾ ਪੂਰੇ ਇਸ ਮਾਹੌਲ ਨੂੰ ਜਿਹੜਾ ਕੰਟਰੋਲ ਕੀਤਾ ਆ, ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਆ ਤੇ ਉਹਦੇ ਥਾਂ ਤੇ ਮੁਖਵਿੰਦਰ ਸਿੰਘ ਜੀ ਜਿਹੜੇ ਨੇ ਉਹ ਨਵੇਂ ਉੱਥੇ ਭਰਤੀ ਕਰ ਦਿੱਤੇ ਗਏ ਨੇ। ਤੇ ਉਹਨਾਂ ਨੇ ਜਿਹੜਾ ਆ ਵਰਜਿੰਦਰ ਸਿੰਘ ਪਰਵਾਨੇ ਨੂੰ ਮਾਸਟਰਮਾਈਂਡ ਹੋਣ ਦੇ ਨਾਂ ਤੇ ਜਿਹੜਾ ਆ ਮੋਹਾਲੀ ਤੋਂ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਆ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਪਤਾ ਲੱਗੇਗਾ ਕਿ ਹੋਰ ਇਸ ਦੇ ਵਿੱਚ ਜਿਹੜੇ ਨੇ ਕੀ ਖੁਲਾਸੇ ਹੁੰਦੇ ਨੇ, ਜਾਂ ਕੀ ਜਿਹੜੀਆਂ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕੌਣ ਮਾਸਟਰਮਾਈਂਡ ਹੁੰਦਾ ਆ ਤੇ ਕਿਹਦੀ ਸ਼ਾਇਦ ਤੇ ਜਿਹੜਾ ਆ ਇਸ ਤਰ੍ਹਾਂ ਦਾ ਜਿਹੜਾ ਆ ਇਹ ਰਚਿਆ ਗਿਆ ਹੈ ਸਾਰਾ ਪੰਜਾਬ ਦੇ ਮਾਹੌਲ ਨੂੰ ਜਿਹੜਾ ਖਰਾਬ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਆ। ਤੇ ਦੂਸਰੀ ਗੱਲ, ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਮੋਹਰੇ ਸਨ ਜਾਂ ਜਿਨ੍ਹਾਂ ਨੇ ਜਿਹੜੇ ਬਿਆਨ ਦਿੱਤੇ ਸਨ, ਪੁਲਿਸ ਜਿਹੜੀ ਆ ਉਹੀ ਵੀਡੀਓ ਦੀ ਪਛਾਣ ਕਰ ਕਰਕੇ ਉਹਨਾਂ ਦੇ ਜਿਹੜਾ ਘਰੋਂ ਜਾਂ ਉਹਨਾਂ ਦੇ ਬੱਚਿਆਂ ਨੂੰ, ਮਾਪਿਆਂ ਨੂੰ ਜਾਂ ਉਹਨਾਂ ਦੀਆਂ ਘਰ ਵਾਲੀਆਂ ਨੂੰ ਜਿਹੜਾ ਆ ਉਹ ਅਰੈਸਟ ਕਰਕੇ ਉਹਨਾਂ ਤੋਂ ਲਗਾਤਾਰ ਜਿਹੜੀ ਆ ਪੁੱਛਗਿੱਛ ਕਰ ਰਹੀ ਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਆ। ਸੋ ਪ੍ਰਸ਼ਾਸਨ ਨੂੰ ਮੇਰੀ ਵੀ ਇਹੀ ਬੇਨਤੀ ਆ, ਪ੍ਰਸ਼ਾਸਨ ਨੂੰ ਵੀ ਜਿਹੜਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਅਸਲ ਤਹਿਕੀਕਾਤ ਕਰਨ ਵਾਲੀ ਆ, ਜਿਹੜੀ ਅਸਲ ਗੱਲਬਾਤ ਕਰਨ ਵਾਲੀ ਆ, ਉਹਦੇ ਤਹਿਤ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਜਿਹੜਾ ਆ ਮਾਹੌਲ ਨਾ ਖਰਾਬ ਕੀਤਾ ਜਾਵੇ। ਤੇ ਰੋਹੀ ਜੀ, ਹੁਣ ਸਾਡੇ ਸ਼ੋਅ ਦਾ ਸਮਾਂ ਵੀ ਜਿਹੜਾ ਆ ਸਮਾਪਤ ਹੋ ਗਿਆ ਆ ਤੇ ਹੁਣ ਸਾਨੂੰ ਇਜਾਜ਼ਤ ਲੈਣ ਦੀ ਲੋੜ ਹੈ ਤੇ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਰੋਹੀ ਗਰੋਵਰ ਜੀ ਤੇ ਗਗਨਦੀਪ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।